ਅੱਜ ਆਓ ਅਸੀਂ ਪਰਮੇਸ਼ਵਰ ਭਵਿੱਖ ਦੀ ਅਗਵਾਈ ਕਰਦੇ ਹਨ। ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੀਆਂ ਕਈ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਦੀ ਜਾਂਚ ਕਰਨ ਲਈ ਕੁਝ ਸਮਾਂ ਲਈਏ। ਨਬੀ ਹੋਸ਼ਿਆ ਨੇ ਹੋਸ਼ਿਆ ਦੀ ਕਿਤਾਬ ਦੇ ਅਧਿਆਇ 6 ਵਿੱਚ ਕਿਹਾ, ਅਸੀਂ ਜਾਣੀਏ, ਅਸੀਂ ਯਹੋਵਾ ਨੂੰ ਜਾਣਨ ਲਈ ਪਿੱਛੇ ਲੱਗੀਏ। ਪਰਮੇਸ਼ਵਰ ਕੋਲ ਕਈ ਯੋਗਤਾਵਾਂ ਵਿੱਚੋਂ ਆਓ ਅਸੀਂ ਭਵਿੱਖ ਨੂੰ ਦੇਖਣ ਦੀ ਉਹਨਾਂ ਦੀ ਯੋਗਤਾ ਉੱਤੇ ਇੱਕ ਨਜ਼ਰ ਪਾਈਏ ਅਤੇ ਆਓ ਅਸੀਂ ਜਾਣੀਏ ਕਿ ਅੰਤ ਵਿੱਚ ਸਾਡੇ ਨਾਲ ਸਭ ਕੁਝ ਚੰਗਾ ਹੋਣ ਲਈ ਉਹ ਸਾਡੀ ਅਗਵਾਈ ਕਿਵੇਂ ਕਰਦੇ ਹਨ ਅਤੇ ਕਿਹੜੀ ਦਿਸ਼ਾ ਸਾਨੂੰ ਲੈਣ ਲਈ ਦਿਖਾਉਂਦੇ ਹਨ। ਕਿਰਪਾ ਯਸ਼ਾਇਆ ਅਧਿਆਇ 46 ਵਚਨ 10 ਉੱਤੇ ਜਾਓ। ਯਸ਼ਾਇਆ ਅਧਿਆਇ 46 ਵਚਨ 10 ਵਿੱਚ ਇਹ ਲਿਖਿਆ ਹੈ, ਮੈਂ ਆਦਿ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ। ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ ਅਤੇ ਮੈਂ ਆਪਣੀ ਸਾਰੀ ਇੱਛਾ ਨੂੰ ਪੂਰੀ ਕਰਾਂਗਾ। ਜੇਕਰ ਪਰਮੇਸ਼ਵਰ ਨੇ ਆਦਿ ਤੋਂ ਅੰਤ ਦੱਸਿਆ ਹੈ, ਤਦ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਪਹਿਲਾਂ ਤੋਂ ਅੰਤ ਬਾਰੇ ਜਾਣਦੇ ਹਨ। ਅੱਜ ਅਸੀਂ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਦਾ ਅਧਿਐਨ ਕਰ ਰਹੇ ਹਾਂ, ਉਹ ਇਹ ਹੈ ਕਿ ਪਰਮੇਸ਼ਵਰ ਭਵਿੱਖ ਨੂੰ ਦੇਖਦੇ ਹਨ। ਕਿਉਂਕਿ ਉਹ ਜੋ ਭਵਿੱਖ ਦੇਖਦੇ ਹਨ ਸਾਡੀ ਅਗਵਾਈ ਕਰ ਰਹੇ ਹਨ, ਤਦ ਸਾਨੂੰ ਸਪਸ਼ਟ ਰੂਪ ਨਾਲ ਸਮਝਣਾ ਚਾਹੀਦਾ ਹੈ ਕਿ ਸਾਨੂੰ ਪਰਮੇਸ਼ਵਰ ਦਾ ਪਾਲਣ ਕਰਨਾ ਚਾਹੀਦਾ ਹੈ, ਭਾਵੇਂ ਉਹ ਸਾਡੀ ਅਗਵਾਈ ਕਿਤੇ ਵੀ ਕਿਉਂ ਨਾ ਕਰਨ। ਸਾਨੂੰ ਇਹ ਸਪਸ਼ਟ ਰੂਪ ਨਾਲ ਸਮਝਣਾ ਚਾਹੀਦਾ ਹੈ ਕਿ ਕੁਝ ਵੀ ਹੁੰਦਾ ਹੈ, ਉਸ ਵਿੱਚ ਪਰਮੇਸ਼ਵਰ ਦੇ ਉਦੇਸ਼ ਅਤੇ ਯੋਜਨਾਵਾਂ ਕੰਮ ਕਰਦੀਆਂ ਹਨ। ਇਸ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 14 ਕਹਿੰਦਾ ਹੈ, ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ, ਉਹ ਕੀ ਕਰਦੇ ਹਨ? ਉਹ ਉਹਦੇ ਮਗਰ ਤੁਰਦੇ ਹਨ। ਸਿਰਫ ਉਹ ਲੋਕ ਜਿਨ੍ਹਾਂ ਕੋਲ ਪਰਮੇਸ਼ਵਰ ਉੱਤੇ ਸਹੀ ਵਿਸ਼ਵਾਸ ਹੈ, ਉਹ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਸ ਦੇ ਮਗਰ ਤੁਰਦੇ ਹਨ। ਪਰ ਜਿਨ੍ਹਾਂ ਕੋਲ ਪਰਮੇਸ਼ਵਰ ਉੱਤੇ ਸਹੀ ਵਿਸ਼ਵਾਸ ਨਹੀਂ ਹੈ, ਉਹ ਇਹ ਸੋਚ ਕੇ ਸ਼ੱਕ ਕਰਦੇ ਹਨ ਕੀ ਹੋਵੇਗਾ ਜੇਕਰ ਮੈਂ ਉਹਨਾਂ ਦੇ ਪਿੱਛੇ ਚੱਲਦੇ ਹੋਏ ਗਵਾਚ ਜਾਵਾਂ, ਜਾਂ ਜੇਕਰ ਪਰਮੇਸ਼ਵਰ ਦਾ ਮਤਲਬ ਸੱਜੇ ਪਾਸੇ ਜਾਣਾ ਹੈ ਪਰ ਉਹ ਗਲਤੀ ਨਾਲ ਮੈਨੂੰ ਖੱਬੇ ਪਾਸੇ ਜਾਣ ਲਈ ਕਹੇ ਤਾਂ ਕੀ ਹੋਵੇਗਾ। ਇਸੇ ਤਰ੍ਹਾਂ ਉਹ ਇਸ ਧਰਤੀ ਉੱਤੇ ਆਪਣਾ ਜੀਵਨ ਜਿਉਂਦੇ ਹੋਏ ਹੁਣ ਤੱਕ ਦੇ ਅਨੁਭਵ ਦੇ ਆਧਾਰ ਉੱਤੇ ਪਰਮੇਸ਼ਵਰ ਦਾ ਨਿਆਂ ਕਰਦੇ ਹਨ ਅਤੇ ਪਰਮੇਸ਼ਵਰ ਨੂੰ ਦੇਖਦੇ ਹਨ। ਉਹ ਅੰਤ ਵਿੱਚ ਇੱਕ ਵੱਡੀ ਗਲਤੀ ਕਰ ਸਕਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਸਾਡੇ ਕੋਲ ਆਪਣਾ ਜੀਵਨ ਜਿਉਂਦੇ ਹੋਏ ਕਦੀ ਵੀ ਆਪਣੇ ਭਵਿੱਖ ਨੂੰ ਦੇਖਣ ਦੀ ਯੋਗਤਾ ਨਹੀਂ ਸੀ। ਕਿ ਅਸੀਂ ਇਹ ਜਾਣੇ ਬਿਨਾਂ ਆਪਣਾ ਜੀਵਨ ਨਹੀਂ ਜੀ ਰਹੇ ਕਿ ਅੱਜ ਜਾਂ 1 ਘੰਟੇ ਦੇ ਬਾਅਦ ਕੀ ਹੋਵੇਗਾ। ਪਰ ਪਰਮੇਸ਼ਵਰ ਜੋ ਆਦਿ ਤੋਂ ਅੰਤ ਦੇਖਦੇ ਹਨ, ਉਸ ਸਮੇਂ ਤੋਂ ਹੀ ਸਾਡੀ ਅਗਵਾਈ ਕਰ ਰਹੇ ਹਨ, ਜਦੋਂ ਉਹਨਾਂ ਨੇ ਆਕਾਸ਼ ਅਤੇ ਧਰਤੀ ਅਤੇ ਉਹਨਾਂ ਵਿੱਚ ਸਭ ਕੁਝ ਬਣਾਇਆ ਸੀ। ਆਦਿ ਤੋਂ ਅੰਤ ਤੱਕ ਇੱਕ ਲੰਬੇ ਸਮੇਂ ਤੋਂ ਹੋਰ ਕਈ ਪੀੜ੍ਹੀਆਂ ਤੋਂ 6000 ਸਾਲ ਦੇ ਲੰਬੇ ਛੁਟਕਾਰੇ ਦੇ ਕੰਮ ਨੂੰ ਪੂਰਾ ਕਰਨ ਲਈ ਪਰਮੇਸ਼ਵਰ ਦੀਆਂ ਸਾਰੀਆਂ ਯੋਜਨਾਵਾਂ ਕੰਮ ਕਰ ਰਹੀਆਂ ਹਨ। ਜੇਕਰ ਅਸੀਂ ਜਾਣਦੇ ਹਾਂ ਕਿ ਸਾਡੀ ਅਗਵਾਈ ਪਰਮੇਸ਼ਵਰ ਕਰ ਰਹੇ ਹਨ, ਤਦ ਸਾਨੂੰ ਆਪਣੇ ਭਵਿੱਖ ਬਾਰੇ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ਇਹ ਸੋਚ ਕੇ ਹੈਰਾਨ ਨਹੀਂ ਕਰਨਾ ਚਾਹੀਦਾ ਕਿ ਹੁਣ ਤੋਂ ਮੈਂ ਕਿਸ ਤਰ੍ਹਾਂ ਦਾ ਜੀਵਨ ਜਿਉਣ ਜਾ ਰਿਹਾ ਹਾਂ। ਅਸੀਂ ਆਪਣੇ ਜੀਵਨ ਨੂੰ ਇੱਕ ਵਿਵਸਥਾਬੱਧ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਸਾਨੂੰ ਕਦੀ ਵੀ ਜੀਵਨ ਦੀਆਂ ਚਿੰਤਾਵਾਂ ਤੋਂ ਦੂਰ ਨਹੀਂ ਜਾਣਾ ਚਾਹੀਦਾ ਅਤੇ ਆਪਣੇ ਵਿਸ਼ਵਾਸ ਨੂੰ ਤਿਆਗਣਾ ਨਹੀਂ ਚਾਹੀਦਾ ਜਾਂ ਸਵਰਗ ਦੇ ਰਾਜ ਨੂੰ ਛੱਡਣਾ ਨਹੀਂ ਚਾਹੀਦਾ ਹੈ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਉੱਤੇ ਇੱਕ ਨਜ਼ਰ ਪਾਈਏ। 40 ਸਾਲਾਂ ਤੱਕ ਜੰਗਲ ਵਿੱਚ ਇਜ਼ਰਾਈਲੀਆਂ ਦੀ ਅਗਵਾਈ ਕਰਦੇ ਹੋਏ ਪਰਮੇਸ਼ਵਰ ਨੇ ਉਹਨਾਂ ਨੂੰ ਦਿਖਾਇਆ ਕਿ ਜਿਨ੍ਹਾਂ ਮਾਰਗਾਂ ਉੱਤੇ ਉਹ ਜੰਗਲ ਵਿੱਚ ਉਹਨਾਂ ਦੀ ਅਗਵਾਈ ਕਰਦੇ ਸੀ, ਉਹਨਾਂ ਵਿੱਚ ਉਹਨਾਂ ਦੀਆਂ ਯੋਜਨਾਵਾਂ ਅਤੇ ਉਹਨਾਂ ਦੀ ਇੱਛਾ ਸੀ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਵਚਨ 1 ਪੜ੍ਹੀਏ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰ੍ਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੇ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ, ਤੁਹਾਨੂੰ ਖਿਲਾਇਆ ਤਾਂ ਜੋ ਤੁਹਾਨੂੰ ਸਿਖਾਵੇ ਭਾਈ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਇਹਨਾਂ 40 ਵਰ੍ਹਿਆਂ ਵਿੱਚ ਨਾ ਤੁਹਾਡੇ ਉੱਪਰਲੇ ਬਸਤਰ ਹੰਡੇ, ਨਾ ਤੁਹਾਡੇ ਪੈਰ ਸੁੱਜੇ।
ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ, ਤਿਵੇਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਦਾ ਰਿਹਾ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ। ਆਓ ਅਸੀਂ ਵਚਨ 16 ਨਾਲ ਜਾਰੀ ਰੱਖੀਏ। ਜਿਹਨੇ ਤੁਹਾਨੂੰ ਉਜਾੜ ਵਿੱਚ ਮਨ ਖਿਲਾਇਆ, ਜਿਹਨੂੰ ਤੁਹਾਡੇ ਪਿਓ ਦਾਦਿਆਂ ਨੇ ਨਾ ਜਾਤਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਕੀ ਕਰੇ? ਅੰਤ ਵਿੱਚ ਤੁਹਾਡਾ ਭਲਾ ਕਰੇ। ਪਰਮੇਸ਼ਵਰ ਆਖਰਕਾਰ ਸਾਡੀ ਅਗਵਾਈ ਉਸ ਜਗ੍ਹਾ ਕਰਨਾ ਚਾਹੁੰਦੇ ਹਨ ਜਿੱਥੇ ਅਸੀਂ ਬਹੁਤਾਤ ਵਿੱਚ ਆਸ਼ੀਸ਼ਾਂ ਪ੍ਰਾਪਤ ਕਰ ਸਕਦੇ ਹਾਂ, ਪਰ ਸਾਡੀ ਮੰਜ਼ਿਲ ਦੇ ਰਸਤੇ ਵਿੱਚ ਕਈ ਪ੍ਰੀਖਿਆਵਾਂ ਇੱਥੇ ਅਤੇ ਉੱਥੇ ਸਾਡਾ ਇੰਤਜ਼ਾਰ ਕਰ ਰਹੀਆਂ ਹਨ। ਪ੍ਰੀਖਿਆ ਤੋਂ ਨਜਿੱਠਣ ਦੀ ਪ੍ਰਕਿਰਿਆ ਵਿੱਚ ਜੇਕਰ ਅਸੀਂ ਉਸ ਰਸਤੇ ਬਾਰੇ ਜਿਸ ਉੱਤੇ ਅਸੀਂ ਚੱਲ ਰਹੇ ਹਾਂ ਸ਼ਿਕਾਇਤ ਕਰੀਏ ਜਾਂ ਬੁੜਬੁੜਾਈਏ ਜਾਂ ਸ਼ੱਕ ਕਰੀਏ ਜਾਂ ਪਰਮੇਸ਼ਵਰ ਉੱਤੇ ਆਪਣਾ ਵਿਸ਼ਵਾਸ ਗਵਾ ਦਈਏ ਜੋ ਸਾਡੀ ਅਗਵਾਈ ਕਰ ਰਹੇ ਹਨ, ਤਦ ਅਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਵਾਂਗੇ ਜਿੱਥੇ ਪਰਮੇਸ਼ਵਰ ਨੇ ਅੰਤ ਵਿੱਚ ਸਾਡੇ ਉੱਤੇ ਭਰਪੂਰ ਮਾਤਰਾ ਵਿੱਚ ਆਸ਼ੀਸ਼ਾਂ ਬਰਸਾਉਣ ਦੀਆਂ ਤਿਆਰੀਆਂ ਕੀਤੀਆਂ ਹਨ। ਪਰਮੇਸ਼ਵਰ ਜੋ ਪਹਿਲਾਂ ਤੋਂ ਹੀ ਭਵਿੱਖ ਦੇਖਦੇ ਹਨ, ਸਾਡੀ ਅਗਵਾਈ ਕਰ ਰਹੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਪਹਿਲਾਂ ਤੋਂ ਹੀ ਭਵਿੱਖ ਜਾਣਦੇ ਹਨ। ਕਿਉਂਕਿ ਪਰਮੇਸ਼ਵਰ ਭਵਿੱਖ ਨੂੰ ਜਾਣਦੇ ਹਨ, ਤਦ ਕਿ ਪਰਮੇਸ਼ਵਰ ਸਾਨੂੰ ਸ਼ੁਰੂ ਤੋਂ ਚੰਗੀਆਂ ਚੀਜ਼ਾਂ ਨਹੀਂ ਦਿਖਾ ਸਕਦੇ ਤਾਂ ਜੋ ਸਾਨੂੰ ਸ਼ਿਕਾਇਤ ਕਰਨਾ ਜਾਂ ਬੁੜਬੁੜਾਉਣਾ ਨਾ ਪਵੇ। ਪਰਮੇਸ਼ਵਰ ਇਸ ਤਰ੍ਹਾਂ ਕੰਮ ਨਹੀਂ ਕਰਦੇ। ਸਦੀਪਕ ਸਵਰਗ ਦੇ ਰਾਜ ਵਿੱਚ ਨਾ ਤਾਂ ਕੋਈ ਮੌਤ ਹੈ, ਨਾ ਕੋਈ ਸੋਗ ਹੈ ਅਤੇ ਨਾ ਹੀ ਕੋਈ ਦਰਦ ਹੈ। ਜੋ ਕੋਈ ਸ਼ਿਕਾਇਤ ਕਰਦੇ ਹਨ ਉਹਨਾਂ ਦੀ ਅਗਵਾਈ ਸਵਰਗ ਵਿੱਚ ਨਹੀਂ ਕੀਤੀ ਜਾ ਸਕਦੀ। ਜੋ ਕੋਈ ਬੁੜਬੁੜਾਉਂਦਾ ਹੈ ਉਹਨਾਂ ਦੀ ਵੀ ਅਗਵਾਈ ਸਵਰਗ ਵਿੱਚ ਨਹੀਂ ਕੀਤੀ ਜਾ ਸਕਦੀ। ਅਜਿਹਾ ਇਸ ਲਈ ਹੈ ਕਿਉਂਕਿ ਸਵਰਗ ਦਾ ਰਾਜ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਅਜਿਹੇ ਲੋਕ ਜਾ ਸਕਦੇ ਹਨ। ਜੰਗਲ ਵਿੱਚ 40 ਸਾਲ ਦੀ ਲੰਬੀ ਯਾਤਰਾ ਦੌਰਾਨ ਜਿਨ੍ਹਾਂ ਨੇ ਪਰਮੇਸ਼ਵਰ ਉੱਤੇ ਸਹੀ ਵਿਸ਼ਵਾਸ ਕੀਤਾ ਅਤੇ ਅੰਤ ਤੱਕ ਉਹਨਾਂ ਦਾ ਪਾਲਣ ਕੀਤਾ, ਉਹ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਯੋਗ ਸੀ। ਇਹਨਾਂ ਲੋਕਾਂ ਨੇ ਸੋਚਿਆ ਇਹ ਸਿਰਫ ਇੱਕ ਪ੍ਰਕਿਰਿਆ ਹੈ ਅਤੇ ਮੇਰਾ ਮੰਨਣਾ ਹੈ ਕਿ ਪਰਮੇਸ਼ਵਰ ਇਸ ਰਸਤੇ ਦੀ ਅਗਵਾਈ ਕਰ ਰਹੇ ਹਨ। ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ। ਉਹ ਅੰਤਿਮ ਨਤੀਜਾ ਨਹੀਂ ਹੈ, ਉਹ ਸਿਰਫ ਸਵਰਗ ਜਾਣ ਦੀ ਪ੍ਰਕਿਰਿਆ ਹੈ। ਪਰ ਸਵਰਗ ਜਾਣ ਦੀ ਇਸ ਪ੍ਰਕਿਰਿਆ ਵਿੱਚ ਪਰਮੇਸ਼ਵਰ ਦੀ ਯੋਜਨਾ ਲਈ ਵਰਤੋਂ ਕੀਤੇ ਜਾਣ ਵਾਲੇ ਯੰਤਰ ਹਨ। 40 ਸਾਲ ਤੱਕ ਜੰਗਲ ਵਿੱਚ ਬਹੁਤ ਸਾਰੇ ਲੋਕ ਇਹਨਾਂ ਯੰਤਰਾਂ ਤੋਂ ਠੋਕਰ ਖਾ ਕੇ ਡਿੱਗ ਗਏ। ਸਾਰੇ ਲੋਕੋ ਕਿ ਯਸ਼ਾਇਆ ਅਧਿਆਇ 46 ਵਚਨ 10 ਦੇ ਸ਼ਬਦ ਝੂਠੇ ਹਨ? ਕੀ ਇਹ ਨਹੀਂ ਲਿਖਿਆ ਹੈ ਕਿ ਪਰਮੇਸ਼ਵਰ ਆਦਿ ਤੋਂ ਅੰਤ ਦੇਖਦੇ ਹਨ? ਜੇਕਰ ਅਸੀਂ ਮੰਨਦੇ ਹਾਂ ਕਿ ਯਸ਼ਾਇਆ ਵਿੱਚ ਲਿਖੇ ਗਏ ਇਹ ਸ਼ਬਦ ਸਚਾਈ ਦੇ ਪਰਮ ਵਚਨ ਹਨ, ਤਦ ਸਾਨੂੰ ਨਿਸ਼ਚਿਤ ਰੂਪ ਨਾਲ ਪਰਮੇਸ਼ਵਰ ਉੱਤੇ ਅਤੇ ਉਹਨਾਂ ਦੀ ਵਿਸ਼ੇਸ਼ਤਾ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਨੂੰ ਸ਼ੁਕਰਗੁਜ਼ਾਰ ਹੋਣ ਲਈ ਹੋਰ ਜ਼ਿਆਦਾ ਕਾਰਨ ਲੱਭਣ ਲਈ ਇਹ ਸੋਚ ਕੇ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਮੇਸ਼ਵਰ ਜੋ ਆਦਿ ਤੋਂ ਅੰਤ ਜਾਣਦੇ ਹਨ ਮੇਰੀ ਅਗਵਾਈ ਕਰ ਰਹੇ ਹਨ। ਜਿਸ ਮਾਰਗ ਉੱਤੇ ਮੈਂ ਚੱਲ ਰਿਹਾ ਹਾਂ ਉਸ ਵਿੱਚ ਮੈਨੂੰ ਸੋਨਾ ਅਤੇ ਚਾਂਦੀ ਵਾਂਗ ਸ਼ੁੱਧ ਕਰਨ ਦੀ ਪਰਮੇਸ਼ਵਰ ਦੀ ਇੱਛਾ ਹੈ। ਸਾਡੇ ਹਾਲਾਤ ਕਿੰਨੇ ਵੀ ਚੁਣੌਤੀਪੂਰਨ ਕਿਉਂ ਨਾ ਹੋਣ, ਸਾਨੂੰ ਵਿਸ਼ਵਾਸ ਦੇ ਜੰਗਲ ਵਿੱਚ ਆਪਣਾ ਜੀਵਨ ਜਿਉਂਦੇ ਹੋਏ ਮੁਸ਼ਕਿਲਾਂ ਵਿੱਚ ਖੁਸ਼ੀ ਲੱਭਣੀ ਚਾਹੀਦੀ ਹੈ। ਜਦੋਂ ਯੀਸ਼ੂ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਸੀ ਤਦ ਅਜਿਹੇ ਕਈ ਮੌਕੇ ਅਤੇ ਉਦਾਹਰਨ ਸੀ ਜਿੱਥੇ ਉਹਨਾਂ ਨੇ ਅਸਲ ਵਿੱਚ ਹੋਣ ਵਾਲੇ ਕੰਮਾਂ ਬਾਰੇ ਪਹਿਲਾਂ ਤੋਂ ਚੇਲਿਆਂ ਨੂੰ ਸਮਝਾਇਆ ਕਿ ਉਹ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਨਗੇ। ਅਸਲ ਵਿੱਚ ਯੀਸ਼ੂ ਨੇ ਪਹਿਲਾਂ ਤੋਂ ਉਹ ਗੱਲਾਂ ਦੱਸੀਆਂ ਜੋ ਹੁਣ ਤੱਕ ਨਹੀਂ ਹੋਈਆਂ ਸੀ। ਯੀਸ਼ੂ ਨੇ ਆਪਣੇ ਚੇਲਿਆਂ ਨੂੰ ਉਹ ਅਨੁਭਵ ਕਰਨ ਦਿੱਤਾ ਜੋ ਉਹਨਾਂ ਨੇ ਪਹਿਲਾਂ ਤੋਂ ਹੀ ਦੱਸ ਦਿੱਤਾ ਸੀ। ਨਤੀਜੇ ਵਜੋਂ ਅਜਿਹੀਆਂ ਘਟਨਾਵਾਂ ਦਾ ਅਨੁਭਵ ਕਰਨ ਤੋਂ ਬਾਅਦ ਯੀਸ਼ੂ ਉੱਤੇ ਉਹਨਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ। ਇਸ ਤਰ੍ਹਾਂ ਚੇਲਿਆਂ ਨੂੰ ਇੱਕ ਮਜ਼ਬੂਤ ਅਤੇ ਅਟੁੱਟ ਵਿਸ਼ਵਾਸ ਪ੍ਰਾਪਤ ਹੋਇਆ ਕਿ ਯੀਸ਼ੂ ਸੱਚੇ ਪਰਮੇਸ਼ਵਰ ਹਨ। ਆਓ ਅਸੀਂ ਯੋਹੰਨਾ ਅਧਿਆਇ 13 ਵਿੱਚ ਇਹਨਾਂ ਵਿੱਚੋਂ ਇੱਕ ਉਦਾਹਰਨ ਉੱਤੇ ਇੱਕ ਨਜ਼ਰ ਪਾਈਏ। ਵਚਨ 34 ਵਿੱਚ ਲਿਖਿਆ ਹੈ, ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ, ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ। ਸ਼ਮੌਨ ਪਤਰਸ ਨੇ ਉਹਨੂੰ ਆਖਿਆ, ਪ੍ਰਭੂ ਜੀ ਤੂੰ ਕਿੱਥੇ ਜਾਂਦਾ ਹੈ? ਯੀਸ਼ੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸਕਦਾ, ਪਰ ਇਹਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਗਾ। ਪਤਰਸ ਨੇ ਉਹਨੂੰ ਕਿਹਾ, ਪ੍ਰਭੂ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸਕਦਾ? ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ।
ਯੀਸ਼ੂ ਨੇ ਉੱਤਰ ਦਿੱਤਾ ਕਿ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ। ਮੈਂ ਤੈਨੂੰ ਸੱਚ ਆਖਦਾ ਹਾਂ, ਜਿੰਨਾ ਚਿਰ ਤੂੰ ਮੇਰਾ 3 ਵਾਰੀ ਇਨਕਾਰ ਨਾ ਕਰੇ, ਕੁੱਕੜ ਬਾਂਗ ਨਾ ਦੇਵੇਗਾ। ਇਸ ਤਰ੍ਹਾਂ ਯੀਸ਼ੂ ਨੇ ਪਹਿਲਾਂ ਤੋਂ ਦੱਸਿਆ ਸੀ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਪਤਰਸ 3 ਵਾਰ ਯੀਸ਼ੂ ਦਾ ਇਨਕਾਰ ਕਰੇਗਾ। ਭਾਵੇਂ ਪਤਰਸ ਨੇ ਹੁਣ ਤੱਕ ਯੀਸ਼ੂ ਦਾ ਇਨਕਾਰ ਨਹੀਂ ਕੀਤਾ ਸੀ। ਪਤਰਸ ਨੇ ਕਿਹਾ, ਹੇ ਪ੍ਰਭੂ, ਮੈਂ ਮੌਤ ਤੱਕ ਵੀ ਤੁਹਾਡੇ ਪਿੱਛੇ ਰਹਾਂਗਾ। ਮੈਂ ਜੇਲ੍ਹ ਵੀ ਜਾਵਾਂਗਾ। ਮੈਂ ਤੁਹਾਡੇ ਲਈ ਕੁਝ ਵੀ ਕਰਾਂਗਾ। ਉਸਨੇ ਯੀਸ਼ੂ ਪ੍ਰਤੀ ਇੰਨਾ ਮਜ਼ਬੂਤ ਅਤੇ ਦ੍ਰਿੜ ਇਰਾਦਾ ਅਤੇ ਵਿਸ਼ਵਾਸ ਵਿਅਕਤ ਕੀਤਾ। ਪਰ ਯੀਸ਼ੂ ਨੇ ਕਿਹਾ, ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਪਰਮੇਸ਼ਵਰ, ਜੋ ਆਦਿ ਤੋਂ ਅੰਤ ਜਾਣਦੇ ਹਨ, ਨੇ ਪਤਰਸ ਲਈ ਅਜਿਹੀ ਵਿਸ਼ੇਸ਼ ਯੋਜਨਾ ਬਣਾਈ ਸੀ। ਪਤਰਸ ਦੇ ਨਜ਼ਰੀਏ ਨਾਲ ਜੋ ਕੁਝ ਯੀਸ਼ੂ ਨੇ ਉਹਨਾਂ ਨੂੰ ਕਿਹਾ ਸੀ, ਉਸ ਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ। ਉਸਨੇ ਮਨ ਹੀ ਮਨ ਸੋਚਿਆ, ਮੈਂ ਯੀਸ਼ੂ ਦਾ ਇਨਕਾਰ ਕਿਉਂ ਕਰਾਂਗਾ। ਪਤਰਸ ਨੂੰ ਖੁਦ ਤੇ ਪੂਰਾ ਵਿਸ਼ਵਾਸ ਸੀ, ਪਰ ਅੰਤ ਵਿੱਚ ਉਹ ਹਾਲਾਤ ਆ ਗਏ ਜਿਸ ਵਿੱਚ ਉਸਨੇ ਬੇਸਹਾਰਾ ਹੋ ਕੇ 3 ਵਾਰ ਯੀਸ਼ੂ ਦਾ ਇਨਕਾਰ ਕੀਤਾ। ਯੀਸ਼ੂ ਦੇ ਫੜੇ ਜਾਣ ਤੋਂ ਬਾਅਦ ਪਤਰਸ ਇਹ ਸੋਚ ਕੇ ਉਹਨਾਂ ਪਿੱਛੇ ਗਿਆ ਕਿ ਉਹਨਾਂ ਦਾ ਕੀ ਹੋਵੇਗਾ। ਬਾਕੀ ਸਾਰੇ ਚੇਲੇ ਡਰ ਦੇ ਮਾਰੇ ਭੱਜ ਗਏ, ਪਰ ਪਤਰਸ ਇੰਨਾ ਨਿਡਰ ਸੀ ਕਿ ਉਹ ਯੀਸ਼ੂ ਦੇ ਪਿੱਛੇ ਗਿਆ ਤਾਂ ਜੋ ਇਹ ਦੇਖ ਸਕੇ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ। ਉਸ ਸਮੇਂ ਭੀੜ ਵਿੱਚ ਕਿਸੇ ਨੇ ਉਸ ਨੂੰ ਕਿਹਾ, ਮੈਂ ਤੈਨੂੰ ਪਹਿਲਾਂ ਦੇਖਿਆ ਹੈ ਕਿ ਤੁਸੀਂ ਨਾਸਰਤ ਦੇ ਯੀਸ਼ੂ ਦੇ ਚੇਲਿਆਂ ਵਿੱਚੋਂ ਇੱਕ ਨਹੀਂ ਹੋ। ਮੈਂ ਨਹੀਂ ਹਾਂ। ਪਤਰਸ ਨੇ ਇਹ ਜਾਣੇ ਬਿਨਾਂ ਕਿ ਉਹ ਕੀ ਕਰ ਰਿਹਾ ਹੈ ਯੀਸ਼ੂ ਦਾ ਇਨਕਾਰ ਕੀਤਾ। ਅਜਿਹਾ ਹੋਣ ਤੋਂ ਪਹਿਲਾਂ ਹੀ ਯੀਸ਼ੂ ਨੇ ਭਵਿੱਖਬਾਣੀ ਕੀਤੀ ਸੀ ਕਿ ਪਤਰਸ ਅਜਿਹਾ ਕਰੇਗਾ। ਉਹਨਾਂ ਨੇ ਕਿਹਾ ਸੀ, ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਕੀ ਹੋਣ ਤੋਂ ਪਹਿਲਾਂ ਉਹ ਯੀਸ਼ੂ ਦਾ ਇਨਕਾਰ ਕਰੇਗਾ? ਯੀਸ਼ੂ ਨੇ ਕਿਹਾ, ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਜਿਵੇਂ ਯੀਸ਼ੂ ਨੇ ਇਸ ਦੀ ਭਵਿੱਖਬਾਣੀ ਕੀਤੀ ਸੀ, ਠੀਕ ਉਸੇ ਤਰ੍ਹਾਂ ਪਤਰਸ ਨੇ ਯੀਸ਼ੂ ਦਾ ਇਨਕਾਰ ਕੀਤਾ। ਯੀਸ਼ੂ ਨੇ ਜੋ ਕਿਹਾ ਸੀ ਉਸ ਨੂੰ ਪੂਰਾ ਕਰਨ ਲਈ ਕਿ ਉਸਨੇ ਜਾਣਬੁੱਝ ਕੇ ਯੀਸ਼ੂ ਦਾ ਇਨਕਾਰ ਕੀਤਾ। ਉਸ ਨੂੰ ਅਜਿਹੇ ਹਾਲਾਤ ਵਿੱਚ ਰੱਖਿਆ ਗਿਆ ਜਿੱਥੇ ਉਸਨੇ ਬੇਸਹਾਰਾ ਹੋ ਕੇ ਯੀਸ਼ੂ ਦਾ ਇਨਕਾਰ ਕੀਤਾ। ਯੀਸ਼ੂ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਇਹ ਹੋਵੇਗਾ ਅਤੇ ਉਸ ਨੂੰ ਕਿਹਾ, ਅੱਜ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਭਾਵੇਂ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਅਤੇ ਪਰਮੇਸ਼ਵਰ ਦੇ ਉਦੇਸ਼ ਨੂੰ ਮਹਿਸੂਸ ਕਰਨ ਦਾ ਦਾਅਵਾ ਕਰਦੇ ਹਾਂ, ਪਰ ਅਜਿਹਾ ਸਮਾਂ ਵੀ ਹੋ ਸਕਦਾ ਹੈ ਜਦੋਂ ਅਸੀਂ ਗਲਤੀ ਨਾਲ ਅਣਜਾਣੇ ਵਿੱਚ ਪਰਮੇਸ਼ਵਰ ਨੂੰ ਸਿਰਫ ਮਨੁੱਖ ਮੰਨ ਸਕਦੇ ਹਾਂ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਉਹ ਸਰੀਰ ਧਾਰਨ ਕਰਦੇ ਹਨ। ਉਹ ਉਸੇ ਤਰ੍ਹਾਂ ਹੀ ਭੋਜਨ ਖਾਂਦੇ ਹਨ ਜਿਵੇਂ ਅਸੀਂ ਖਾਂਦੇ ਹਾਂ। ਉਹ ਉਸੇ ਤਰ੍ਹਾਂ ਪੀਣ ਵਾਲੇ ਪਦਾਰਥ ਪੀਂਦੇ ਹਨ ਜਿਸ ਤਰ੍ਹਾਂ ਅਸੀਂ ਪੀਂਦੇ ਹਾਂ, ਅਤੇ ਉਹ ਸਾਡੇ ਵਾਂਗ ਗੱਲਬਾਤ ਕਰਦੇ ਹਨ। ਉਸ ਹਾਲਾਤ ਵਿੱਚ ਵੀ ਜਿੱਥੇ ਮਹਾਯਾਜਕ ਦੇ ਸਿਪਾਹੀ ਯੀਸ਼ੂ ਨੂੰ ਲਿਜਾ ਰਹੇ ਸੀ, ਪਤਰਸ ਦਲੇਰ ਸੀ ਅਤੇ ਇਹ ਦੇਖਣ ਲਈ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ, ਚੁੱਪਚਾਪ ਉਹਨਾਂ ਪਿੱਛੇ ਗਿਆ। ਯੀਸ਼ੂ ਦੇ ਫੜੇ ਜਾਣ ਤੋਂ ਪਹਿਲਾਂ ਪਤਰਸ ਨੇ ਕਿਹਾ, ਭਾਵੇਂ ਮੈਨੂੰ ਜੇਲ੍ਹ ਵਿੱਚ ਸੁੱਟਿਆ ਜਾਵੇ ਅਤੇ ਭਾਵੇਂ ਮੈਨੂੰ ਮੌਤ ਦਾ ਸਾਹਮਣਾ ਕਰਨਾ ਪਵੇ, ਮੈਂ ਕਦੇ ਵੀ ਤੁਹਾਡਾ ਇਨਕਾਰ ਨਹੀਂ ਕਰਾਂਗਾ। ਪਰ ਯੀਸ਼ੂ ਨੇ ਪਤਰਸ ਨੂੰ ਜਵਾਬ ਦਿੰਦੇ ਹੋਏ ਕਿਹਾ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਬੇਸ਼ੱਕ ਜਿਵੇਂ ਯੀਸ਼ੂ ਨੇ ਇਸ ਬਾਰੇ ਭਵਿੱਖਬਾਣੀ ਕੀਤੀ ਸੀ, ਉਸ ਨੇ ਯੀਸ਼ੂ ਦਾ 3 ਵਾਰ ਇਨਕਾਰ ਕੀਤਾ। ਪਤਰਸ ਦੇ ਉਦਾਹਰਨ ਨੂੰ ਦੇਖ ਕੇ ਅਸੀਂ ਸਮਝ ਸਕਦੇ ਹਾਂ ਕਿ ਭਾਵੇਂ ਪਰਮੇਸ਼ਵਰ ਆਤਮਾ ਵਿੱਚ ਹੋਣ ਜਾਂ ਸਰੀਰ ਵਿੱਚ, ਉਹ ਆਦਿ ਤੋਂ ਹੀ ਭਵਿੱਖ ਨੂੰ ਦੇਖਦੇ ਹਨ, ਹੈ ਨਾ? ਪਤਰਸ ਦੇ ਉਦਾਹਰਨ ਵਿੱਚ ਪਰਮੇਸ਼ਵਰ ਦੀ ਯੋਜਨਾ ਅਤੇ ਉਦੇਸ਼ ਲੁਕੇ ਹੋਏ ਹਨ। ਪਤਰਸ ਕੋਲ ਵੱਡਾ ਵਿਸ਼ਵਾਸ ਸੀ। ਉਹ ਸਭ ਤੋਂ ਵੱਡਾ ਚੇਲਾ ਸੀ ਜਿਸ ਨੂੰ ਸ਼ੁਰੂ ਤੋਂ ਹੀ ਯੀਸ਼ੂ ਨੇ ਬੁਲਾਇਆ ਸੀ। ਉਸਨੇ ਹਮੇਸ਼ਾ ਯੀਸ਼ੂ ਨੂੰ ਆਪਣਾ ਮਜ਼ਬੂਤ ਅਤੇ ਅਟੁੱਟ ਵਿਸ਼ਵਾਸ ਦਿਖਾਇਆ ਜਿਸ ਦਾ ਹੋਰ ਚੇਲੇ ਪਿੱਛਾ ਨਹੀਂ ਕਰ ਸਕਦੇ ਸੀ। ਉਸ ਦਾ ਵਿਸ਼ਵਾਸ ਸਾਰੇ ਚੇਲਿਆਂ ਵਿੱਚੋਂ ਸਭ ਤੋਂ ਚੰਗਾ ਸੀ। ਯੀਸ਼ੂ ਜਾਣਦੇ ਸੀ ਕਿ ਉਹਨਾਂ ਦੇ ਸਵਰਗ ਜਾਣ ਤੋਂ ਬਾਅਦ ਪਤਰਸ ਚਰਚ ਦਾ ਸੰਚਾਲਨ ਅਤੇ ਪ੍ਰਬੰਧਨ ਕਰਦੇ ਸਮੇਂ ਸ਼ਾਇਦ ਬਹੁਤ ਹੰਕਾਰੀ ਹੋ ਸਕਦਾ ਹੈ। ਇਸੇ ਕਾਰਨ ਉਹਨਾਂ ਨੇ ਪਤਰਸ ਲਈ ਇੱਕ ਕੰਡਾ ਬਣਾਇਆ। ਹਰ ਸਵੇਰ ਜਦੋਂ ਕੁੱਕੜ ਬਾਂਗ ਦਿੰਦਾ ਸੀ, ਤਦ ਪਤਰਸ ਨੂੰ ਇਹ ਗੱਲ ਯਾਦ ਆਉਂਦੀ ਕਿ ਉਸਨੇ ਪ੍ਰਭੂ ਦਾ ਇਨਕਾਰ ਕੀਤਾ ਸੀ। ਇਹ ਯਾਦ ਕਰਦੇ ਹੋਏ ਉਹ ਹਰ ਸਵੇਰੇ ਜਦੋਂ ਮੁਰਗਾ ਬਾਂਗ ਦਿੰਦਾ, ਤਦ ਉਹ ਆਪਣੇ ਹੰਕਾਰੀ ਮਨ ਅਤੇ ਹੰਕਾਰ ਨਾਲ ਛੁਟਕਾਰਾ ਪਾਉਣ ਵਿੱਚ ਸਫਲ ਹੁੰਦਾ ਸੀ।
ਪਤਰਸ ਨਾਲ ਹੋਈ ਇਸ ਘਟਨਾ ਵਿੱਚ ਪਰਮੇਸ਼ਵਰ ਦੀ ਯੋਜਨਾ ਅਤੇ ਉਦੇਸ਼ ਸੀ। ਮੈਂ ਚਾਹੁੰਦਾ ਹਾਂ ਕਿ ਅੱਜ ਤੁਸੀਂ ਇਹ ਗੱਲ ਉੱਤੇ ਧਿਆਨ ਦਿਓ ਕਿ ਪਰਮੇਸ਼ਵਰ ਹਮੇਸ਼ਾ ਭਵਿੱਖ ਨੂੰ ਦੇਖਦੇ ਹਨ, ਭਾਵੇਂ ਉਹ ਆਤਮਾ ਵਿੱਚ ਹੋਣ ਜਾਂ ਸਰੀਰ ਵਿੱਚ ਹੋਣ। ਕੁਝ ਲੋਕਾਂ ਨੂੰ ਅਚਰਜ ਹੋ ਸਕਦਾ ਹੈ, ਪਰਮੇਸ਼ਵਰ ਨੇ ਬਾਈਬਲ ਦੀਆਂ 66 ਕਿਤਾਬਾਂ ਨੂੰ ਸਿਰਫ ਭਵਿੱਖ ਬਾਰੇ ਭਵਿੱਖਬਾਣੀਆਂ ਨਾਲ ਕਿਉਂ ਨਹੀਂ ਭਰ ਦਿੱਤਾ, ਬਲਕਿ ਉਹਨਾਂ ਹਾਲਾਤਾਂ ਜਾਂ ਕਾਰਕਾਂ ਨੂੰ ਵੀ ਦਰਜ ਕੀਤਾ ਜਿਨ੍ਹਾਂ ਨੂੰ ਅਸੀਂ ਨਹੀਂ ਸਮਝਦੇ ਹਾਂ, ਜਾਂ ਉਸ ਸਮੇਂ ਦੇ ਯਾਜਕਾਂ ਅਤੇ ਫਰੀਸੀਆਂ ਨਾਲ ਉਹਨਾਂ ਦਾ ਟਕਰਾਅ ਵੀ ਇਸ ਵਿੱਚ ਦਰਜ ਹੈ। ਇਹ ਪਰਮੇਸ਼ਵਰ ਦਾ ਉਦੇਸ਼ ਹੈ ਜਿਸ ਨੂੰ ਸਿਰਫ ਉਹ ਹੀ ਸਮਝ ਸਕਦੇ ਹਨ ਜੋ ਉਹਨਾਂ ਉੱਤੇ ਸਹੀ ਤਰ੍ਹਾਂ ਵਿਸ਼ਵਾਸ ਕਰਦੇ ਹਨ। ਜੋ ਲੋਕ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਉਦੇਸ਼ ਉੱਤੇ ਵਿਸ਼ਵਾਸ ਕਰਦੇ ਹਨ, ਭਾਵੇਂ ਉਹਨਾਂ ਦੇ ਬੈਰੀਆਂ ਦੇ ਸਾਰੇ ਹਾਲਾਤ ਕਿੰਨੇ ਵੀ ਅਨੁਕੂਲ ਕਿਉਂ ਨਾ ਹੋਣ, ਉਹ ਯਹੋਸ਼ੂਆ ਅਤੇ ਕਾਲੇਬ ਵਾਂਗ ਕਹਿਣਗੇ, ਉਹ ਸਾਡੀ ਰੋਟੀ ਠਹਿਰਣਗੇ। ਕੀ ਤੁਹਾਨੂੰ ਲੱਗਦਾ ਹੈ ਕਿ ਯਹੋਸ਼ੂਆ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਉਹਨਾਂ ਦੇ ਬੈਰੀ ਸੌਖੇ ਵਿਰੋਧੀਆਂ ਵਾਂਗ ਵੇਖਦੇ ਸੀ? ਬਿਲਕੁਲ ਨਹੀਂ। ਕਿਉਂਕਿ ਪਰਮੇਸ਼ਵਰ ਜੋ ਆਦਿ ਤੋਂ ਅੰਤ ਦੇਖਦੇ ਹਨ, ਉਹਨਾਂ ਨੇ ਇਜ਼ਰਾਈਲੀਆਂ ਨਾਲ ਵਾਅਦਾ ਕੀਤਾ, ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂਗਾ। ਯਹੋਸ਼ੂਆ ਨੇ ਪੂਰੀ ਤਰ੍ਹਾਂ ਇਸ ਉੱਤੇ ਵਿਸ਼ਵਾਸ ਕੀਤਾ। ਪਤਰਸ, ਜਿਸ ਦਾ ਵਰਣਨ ਯੋਹੰਨਾ ਅਧਿਆਇ 13 ਵਚਨ 36 ਤੋਂ ਸ਼ੁਰੂ ਹੋਣ ਵਾਲੇ ਦ੍ਰਿਸ਼ ਵਿੱਚ ਕੀਤਾ ਗਿਆ ਸੀ, ਉਸਨੇ ਕਦੇ ਵੀ ਕਲਪਨਾ ਨਹੀਂ ਕੀਤੀ ਸੀ ਕਿ ਉਹ ਯੀਸ਼ੂ ਦਾ ਇਨਕਾਰ ਕਰੇਗਾ। ਪਰ ਯੀਸ਼ੂ ਨੇ ਪਤਰਸ ਨੂੰ ਕਿਹਾ, ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਇਸ ਉੱਤੇ ਪਤਰਸ ਹੈਰਾਨ ਰਹਿ ਗਿਆ। ਪਤਰਸ ਨੇ ਕਿਹਾ, ਭਾਵੇਂ ਮੈਨੂੰ ਮਰਨਾ ਪਵੇ, ਮੈਂ ਕਦੀ ਵੀ ਤੁਹਾਡਾ ਇਨਕਾਰ ਨਹੀਂ ਕਰਾਂਗਾ। ਪ੍ਰਭੂ, ਮੈਂ ਅਜਿਹਾ ਕਦੀ ਨਹੀਂ ਕਰਾਂਗਾ। ਮੈਂ ਤੁਹਾਡੇ ਨਾਲ ਅਜਿਹਾ ਸ਼ਰਮਨਾਕ ਕੰਮ ਕਿਵੇਂ ਕਰ ਸਕਦਾ ਹਾਂ? ਫਿਰ ਵੀ ਉਸਨੇ ਅੰਤ ਵਿੱਚ 3 ਵਾਰ ਯੀਸ਼ੂ ਦਾ ਇਨਕਾਰ ਕੀਤਾ। ਇੱਕ ਦ੍ਰਿਸ਼ ਸੀ ਜਿੱਥੇ ਉਹ ਬਾਹਰ ਗਿਆ ਅਤੇ ਦਿਹਾੜਾਂ ਮਾਰ ਕੇ ਰੋਇਆ ਸੀ। ਕਿ ਅਸੀਂ ਮਤੀ ਅਧਿਆਇ 26 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 26 ਵਚਨ 31। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸਭੇ ਮੇਰੇ ਕਾਰਨ ਠੋਕਰ ਖਾਵੋਗੇ। ਯੀਸ਼ੂ ਨੇ ਇਹ ਸਮੇਂ ਤੋਂ ਪਹਿਲਾਂ ਹੀ ਕਿਹਾ ਸੀ, ਭਾਵੇਂ ਇਹ ਹੁਣ ਤੱਕ ਨਹੀਂ ਹੋਇਆ ਸੀ, ਕਿਉਂਕਿ ਇਹ ਲਿਖਿਆ ਹੈ, ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿਲਰ ਜਾਣਗੀਆਂ। ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ। ਇੱਥੇ ਯੀਸ਼ੂ ਇਹਨਾਂ ਘਟਨਾਵਾਂ ਦੇ ਹੋਣ ਤੋਂ ਪਹਿਲਾਂ ਹੀ ਚੇਲਿਆਂ ਨੂੰ ਕਹਿ ਰਹੇ ਸੀ ਕਿ ਉਹ ਮਰੇ ਹੋਇਆਂ ਵਿੱਚੋਂ ਜੀ ਉੱਠਣਗੇ ਅਤੇ ਉਹਨਾਂ ਤੋਂ ਪਹਿਲਾਂ ਗਲੀਲ ਵਿੱਚ ਜਾਣਗੇ। ਚੇਲੇ ਸਮਝ ਨਹੀਂ ਪਾਏ ਕਿ ਉਹਨਾਂ ਦੇ ਕਹਿਣ ਦਾ ਕੀ ਮਤਲਬ ਹੈ ਅਤੇ ਉਹ ਇਹ ਨਹੀਂ ਦੇਖ ਸਕਦੇ ਸੀ ਕਿ ਭਵਿੱਖ ਵਿੱਚ ਕੀ ਹੋਵੇਗਾ। ਇਸ ਲਈ ਉਹਨਾਂ ਨੇ ਯੀਸ਼ੂ ਦੀਆਂ ਗੱਲਾਂ ਉੱਤੇ ਨੇੜੇ ਤੋਂ ਧਿਆਨ ਨਹੀਂ ਦਿੱਤਾ। ਆਓ ਅਸੀਂ ਮਤੀ ਅਧਿਆਇ 26 ਵਚਨ 20 ਪੜ੍ਹੀਏ। ਵਚਨ 20 ਵਿੱਚ ਲਿਖਿਆ ਹੈ, ਜਦ ਸਾਂਝ ਹੋਈ ਤਾਂ ਉਹ 12 ਚੇਲਿਆਂ ਸਣੇ ਬੈਠਾ ਖਾਂਦਾ ਸੀ। ਅਰ ਜਦ ਉਹ ਖਾ ਰਹੇ ਸਨ, ਉਸਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। ਭਾਵੇਂ ਯੀਸ਼ੂ ਨੂੰ ਫੜਵਾਉਣ ਦਾ ਸਮਾਂ ਹੁਣ ਤੱਕ ਨਹੀਂ ਆਇਆ ਸੀ, ਪਰ ਉਹਨਾਂ ਨੇ ਇਸ ਦੀ ਭਵਿੱਖਬਾਣੀ ਕੀਤੀ ਸੀ। ਵਚਨ 22 ਵਿੱਚ ਲਿਖਿਆ ਹੈ, ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹਨੂੰ ਆਖਣ ਲੱਗਾ, ਪ੍ਰਭੂ ਜੀ, ਕੀ ਉਹ ਮੈਂ ਹਾਂ? ਉਹਨੇ ਉੱਤਰ ਦਿੱਤਾ, ਜਿਹਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹ ਮੈਨੂੰ ਫੜਵਾਏਗਾ। ਯੀਸ਼ੂ ਨੇ ਉਸ ਸਥਿਤੀ ਦਾ ਵੀ ਵਰਣਨ ਕੀਤਾ ਜਿੱਥੇ ਵਿਸ਼ਵਾਸਘਾਤੀ ਆਪਣਾ ਹੱਥ ਥਾਲੀ ਵਿੱਚ ਪਾਵੇਗਾ। ਜਿਹਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹ ਮੈਨੂੰ ਫੜਵਾਏਗਾ। ਆਓ ਅਸੀਂ ਵਚਨ 24 ਨਾਲ ਜਾਰੀ ਰੱਖੀਏ। ਮਨੁੱਖ ਦਾ ਪੁੱਤਰ ਜਾਂਦਾ ਹੈ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਿੱਜ ਜੰਮਦਾ। ਤਦ ਯਹੂਦਾ ਜੀ ਨੇ ਉਹਨੂੰ ਫੜਵਾਇਆ ਅੱਗੇ ਬੋਲਿਆ, ਸਵਾਮੀ ਜੀ, ਕੀ ਉਹ ਮੈਂ ਹਾਂ? ਉਸ ਉਹਨੂੰ ਆਖਿਆ, ਤੈਂ ਆਪੇ ਆਖ ਦਿੱਤਾ। ਜਦ ਉਹ ਖਾ ਰਹੇ ਸਨ, ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ। ਯੀਸ਼ੂ ਨੇ ਪਸਾਹ ਦੀ ਰੋਟੀ ਅਤੇ ਪਸਾਹ ਦੇ ਦਾਖਰਸ ਦਾ ਮਤਲਬ ਸਮਝਾਇਆ। ਯੀਸ਼ੂ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੂਦਾ ਇਸਕਰਿਓਤੀ ਉਹ ਹੋਵੇਗਾ ਜੋ ਉਹਨਾਂ ਨੂੰ ਫੜਵਾਏਗਾ ਅਤੇ ਉਹਨਾਂ ਨੂੰ ਵੇਚ ਦੇਵੇਗਾ। ਉਹਨਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਪਤਰਸ 3 ਵਾਰ ਇਨਕਾਰ ਕਰੇਗਾ ਅਤੇ ਉਹਨਾਂ ਦੇ ਸਾਰੇ ਚੇਲੇ ਉਹਨਾਂ ਦੇ ਕਾਰਨ ਠੋਕਰ ਖਾਣਗੇ ਅਤੇ ਖਿਲਰ ਜਾਣਗੇ। ਉਹਨਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਦੇ ਹੋਣ ਤੋਂ ਪਹਿਲਾਂ ਇਹਨਾਂ ਦੇ ਹੋਣ ਦੀ ਭਵਿੱਖਬਾਣੀ ਕੀਤੀ ਸੀ। ਪਵਿੱਤਰ ਆਤਮਾ ਦੇ ਯੁੱਗ ਬਾਰੇ ਕੀ? ਸਵਰਗੀ ਪਿਤਾ 25 ਫਰਵਰੀ 1985 ਨੂੰ ਸਵਰਗ ਚਲੇ ਗਏ। ਕਿ ਪਿਤਾ ਨੇ 4 ਸਾਲ ਪਹਿਲਾਂ ਹਫਤਾਵਰ ਧਰਮ ਨਾਮਕ ਸਮਾਚਾਰ ਪੱਤਰ ਵਿੱਚ ਆਪਣੇ ਸਵਰਗ ਜਾਣ ਦੀ ਭਵਿੱਖਬਾਣੀ ਨਹੀਂ ਕੀਤੀ ਸੀ?
ਇਸ ਲੇਖ ਵਿੱਚ ਉਹਨਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਉਹ ਬਪਤਿਸਮਾ ਲੈਣ ਦੇ 37 ਸਾਲ ਬਾਅਦ ਮਰ ਜਾਣਗੇ। ਸਾਰੇ ਲੋਕੋ, ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਨਾ ਸਿਰਫ ਬਾਈਬਲ ਦੀਆਂ 66 ਕਿਤਾਬਾਂ ਦੇ ਰਾਹੀਂ ਬਲਕਿ ਦੂਸਰਿਆਂ ਨਾਲ ਆਪਣੀ ਗੱਲਬਾਤ ਦੁਆਰਾ ਭਵਿੱਖਬਾਣੀ ਕੀਤੀ ਸੀ ਕਿ ਕੀ ਹੋਵੇਗਾ। ਸੁਣਨ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਉਹ ਉਹਨਾਂ ਨੂੰ ਭਵਿੱਖਬਾਣੀ ਦੱਸ ਰਹੇ ਸੀ। ਸਵਰਗੀ ਪਿਤਾ ਦੇ ਸਵਰਗ ਜਾਣ ਤੋਂ ਪਹਿਲਾਂ ਉਹ ਆਖਰੀ ਵਾਰ ਸਿਓਲ ਸ਼ਹਿਰ ਆਏ ਅਤੇ ਨਾਸ਼ਤੇ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ, ਭਾਵੇਂ ਮੈਂ ਆਪਣੇ ਦੋਨਾਂ ਹੱਥਾਂ ਜਾਂ ਆਪਣੇ ਦੋਨਾਂ ਪੈਰਾਂ ਦੀ ਵਰਤੋਂ ਨਾ ਕਰ ਸਕਾਂ, ਪਰ ਕੀ ਤੁਸੀਂ ਅੰਤ ਤੱਕ ਮੇਰਾ ਪਾਲਣ ਕਰੋਗੇ? ਜਦੋਂ ਉਹਨਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਤਦ ਮੈਂ ਬਹੁਤ ਹੈਰਾਨ ਸੀ। ਮੈਂ ਸੋਚਿਆ ਕਿ ਮੇਰੇ ਵਿਸ਼ਵਾਸ ਵਿੱਚ ਕੋਈ ਸਮੱਸਿਆ ਹੈ ਅਤੇ ਮੈਨੂੰ ਲੱਗਾ ਕਿ ਮੇਰਾ ਵਿਸ਼ਵਾਸ ਕਮਜ਼ੋਰ ਹੋ ਗਿਆ ਹੈ, ਕਿਉਂਕਿ ਪਿਤਾ ਜੀ ਨੇ ਮੈਨੂੰ ਇੱਕ ਸਵਾਲ ਪੁੱਛਿਆ ਸੀ, ਇਸ ਲਈ ਮੈਂ ਉਹਨਾਂ ਦਾ ਉੱਤਰ ਦੇਣਾ ਸੀ। ਮੈਂ ਉੱਤਰ ਦਿੱਤਾ, ਬੇਸ਼ੱਕ ਮੈਂ ਅੰਤ ਤੱਕ ਤੁਹਾਡਾ ਪਾਲਣ ਕਰਾਂਗਾ। ਤੁਸੀਂ ਮੁਕਤੀ ਦਾ ਮਾਰਗ ਹੋ ਅਤੇ ਤੁਸੀਂ ਪਰਮੇਸ਼ਵਰ ਹੋ ਜੋ ਇਸ ਧਰਤੀ ਉੱਤੇ ਆਏ ਹੋ। ਜੇਕਰ ਮੈਂ ਤੁਹਾਨੂੰ ਛੱਡ ਦੇਵਾਂ ਤਦ ਕੀ ਸਿਰਫ ਨਰਕ ਵਿੱਚ ਮੈਨੂੰ ਲਿਜਾਣ ਵਾਲਾ ਇੱਕੋ ਮਾਰਗ ਨਹੀਂ ਰਹੇਗਾ? ਭਾਵੇਂ ਤੁਸੀਂ ਆਪਣੇ ਹੱਥਾਂ ਜਾਂ ਆਪਣੇ ਪੈਰਾਂ ਦੀ ਵਰਤੋਂ ਨਹੀਂ ਕਰ ਸਕਦੇ ਜਾਂ ਇਸ ਤੋਂ ਬਦਤਰ ਕੁਝ ਹੋਵੇ, ਫਿਰ ਵੀ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ, ਪਰ ਮੈਂ ਅੰਤ ਤੱਕ ਤੁਹਾਡਾ ਪਾਲਣ ਕਰਾਂਗਾ। ਅਸਲ ਵਿੱਚ ਜਨਵਰੀ ਵਿੱਚ ਉਹ ਸਿਓਲ ਆਏ ਅਤੇ ਇੱਕ ਅਸਥਾਈ ਮਹਾਸਭਾ ਆਯੋਜਿਤ ਕਰਨ ਲਈ ਅੱਗੇ ਵਧੇ, ਜਿੱਥੇ ਉਹਨਾਂ ਨੇ ਘੋਸ਼ਣਾ ਕੀਤੀ ਕਿ ਪ੍ਰਧਾਨ ਦਫ਼ਤਰ ਨੂੰ ਸਿਓਲ ਵਿੱਚ ਟ੍ਰਾਂਸਫਰ ਕੀਤਾ ਜਾਏਗਾ। ਸਵਰਗ ਜਾਣ ਤੋਂ ਕੁਝ ਸਮੇਂ ਪਹਿਲਾਂ ਉਹ ਫਿਰ ਤੋਂ ਸਿਓਲ ਆਏ ਅਤੇ ਮੈਨੂੰ ਉਹ ਦੱਸਿਆ। ਮੈਨੂੰ ਬਹੁਤ ਹੈਰਾਨੀ ਹੋਈ। ਮੈਂ ਆਪਣੇ ਹੱਥਾਂ ਜਾਂ ਆਪਣੇ ਪੈਰਾਂ ਦੀ ਵਰਤੋਂ ਨਹੀਂ ਕਰ ਸਕਦਾ, ਇਹ ਕਹਿਣ ਦਾ ਉਹਨਾਂ ਦਾ ਮਤਲਬ ਮੈਨੂੰ ਨਹੀਂ ਪਤਾ ਸੀ। ਪਰ 25 ਫਰਵਰੀ 1985 ਨੂੰ ਉਹਨਾਂ ਦੇ ਸਵਰਗ ਜਾਣ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਉਹਨਾਂ ਨੇ ਮੈਨੂੰ ਕੀ ਕਿਹਾ ਸੀ। ਮੈਂ ਸੋਚਿਆ, ਪਿਤਾ ਜੀ ਨੇ ਮੈਨੂੰ ਅਸਿੱਧੇ ਰੂਪ ਨਾਲ ਦੱਸਿਆ ਕਿ ਉਹ ਜਲਦ ਹੀ ਜਾਣ ਵਾਲੇ ਹਨ। ਮੈਨੂੰ ਉਸ ਸਮੇਂ ਇਸ ਦਾ ਅਹਿਸਾਸ ਕਿਉਂ ਨਹੀਂ ਹੋਇਆ? ਇਹਨਾਂ ਘਟਨਾਵਾਂ ਉੱਤੇ ਚਿੰਤਾ ਕਰਦੇ ਹੋਏ ਮੈਂ ਮਹਿਸੂਸ ਕੀਤਾ ਕਿ ਭਵਿੱਖ ਨੂੰ ਦੇਖਣ ਵਾਲੇ ਪਰਮੇਸ਼ਵਰ ਸਾਨੂੰ ਹਮੇਸ਼ਾ ਸਮੇਂ ਤੋਂ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਇਸ ਤਰ੍ਹਾਂ ਪਰਮੇਸ਼ਵਰ ਦੇਖਦੇ ਹਨ ਕਿ ਕੌਣ ਭਵਿੱਖ ਬਾਰੇ ਕਈਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਕੌਣ ਵਿਸ਼ਵਾਸ ਨਹੀਂ ਕਰਦੇ। ਜੋ ਵਿਸ਼ਵਾਸ ਕਰਦੇ ਹਨ ਉਹ ਉਹਨਾਂ ਲੋਕਾਂ ਦੀ ਅਗਵਾਈ ਅੰਤ ਵਿੱਚ ਆਸ਼ੀਸ਼ ਦੇ ਮਾਰਗ ਉੱਤੇ ਕਰਦੇ ਹਨ। ਜੋ ਲੋਕ ਪਰਮੇਸ਼ਵਰ ਦੀ ਭਵਿੱਖਬਾਣੀ ਉੱਤੇ ਵਿਸ਼ਵਾਸ ਨਹੀਂ ਕਰਦੇ, ਉਹ ਹਰ ਹਾਲਾਤ ਵਿੱਚ ਫਸ ਜਾਂਦੇ ਹਨ, ਪ੍ਰੀਖਿਆਵਾਂ ਵਿੱਚ ਪੈ ਜਾਂਦੇ ਹਨ ਅਤੇ ਅੰਤ ਵਿੱਚ ਸਦੀਪਕ ਆਸ਼ੀਸ਼ਾਂ ਦੇ ਮਾਰਗ ਨੂੰ ਗਵਾ ਦਿੰਦੇ ਹਨ। ਕਿਉਂਕਿ ਪਰਮੇਸ਼ਵਰ ਜੋ ਕੁਝ ਵੀ ਕਹਿੰਦੇ ਹਨ ਉਹ ਪੂਰੀ ਤਰ੍ਹਾਂ ਪੂਰਾ ਹੋਵੇਗਾ। ਤਦ ਆਓ ਅਸੀਂ ਇਸ ਗੱਲ ਨੂੰ ਸਪਸ਼ਟ ਰੂਪ ਨਾਲ ਸਮਝੀਏ ਕਿ ਜਿੱਥੇ ਕਿਤੇ ਲੀਲਾ ਜਾਂਦਾ ਹੈ ਉੱਥੇ ਸਾਨੂੰ ਉਹਨਾਂ ਪਿੱਛੇ ਕਿਉਂ ਜਾਣਾ ਚਾਹੀਦਾ ਹੈ। ਉਹ ਜਿੱਥੇ ਵੀ ਜਾਂਦੇ ਹਨ ਸਾਨੂੰ ਅਟੁੱਟ ਵਿਸ਼ਵਾਸ ਨਾਲ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਨਾ? ਕਿ ਪਰਮੇਸ਼ਵਰ ਨੇ ਮਤੀ ਅਧਿਆਇ 4 ਵਿੱਚ ਇਹ ਨਹੀਂ ਕਿਹਾ, ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਵਰ ਦੇ ਮੁਖੋਂ ਨਿਕਲਦਾ ਹੈ। ਲੂਕਾ ਦੀ ਕਿਤਾਬ ਅਧਿਆਇ 6 ਵਿੱਚ ਯੀਸ਼ੂ ਨੇ ਇਹ ਵੀ ਕਿਹਾ, ਜਦੋਂ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਤਦ ਕਿਉਂ ਮੈਨੂੰ ਹੇ ਪ੍ਰਭੂ ਕਹਿੰਦੇ ਹੋ? ਕਿਉਂਕਿ ਮੈਂ ਭਵਿੱਖ ਦੇਖਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਤੁਸੀਂ ਸਵਰਗ ਵਿੱਚ ਰਹੋ, ਇਸ ਲਈ ਮੈਂ ਉੱਥੇ ਤੁਹਾਡੀ ਅਗਵਾਈ ਕਰ ਰਿਹਾ ਹਾਂ। ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ਅਤੇ ਮੇਰੇ ਪਿੱਛੇ ਚੱਲਣ ਵਿੱਚ ਅਸਫਲ ਕਿਉਂ ਹੋ ਜਾਂਦੇ ਹੋ? ਤੁਸੀਂ ਆਪਣੇ ਬੁੱਲਾਂ ਨਾਲ ਮੈਨੂੰ ਹੇ ਪ੍ਰਭੂ ਕਿਉਂ ਕਹਿੰਦੇ ਹੋ ਅਤੇ ਮੇਰਾ ਕਹਿਣਾ ਨਹੀਂ ਮੰਨਦੇ? ਆਓ ਅਸੀਂ ਲੂਕਾ ਅਧਿਆਇ 6 ਉੱਤੇ ਜਾਈਏ। ਲੂਕਾ ਅਧਿਆਇ 6 ਵਚਨ 46 ਵਿੱਚ ਲਿਖਿਆ ਹੈ, ਤੁਸੀਂ ਮੈਨੂੰ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ? ਲੋਕ ਕਹਿੰਦੇ ਹਨ, ਹੇ ਪ੍ਰਭੂ ਪਰਮੇਸ਼ਵਰ, ਫਿਰ ਵੀ ਉਹ ਪਰਮੇਸ਼ਵਰ ਨੂੰ ਨਹੀਂ ਜਾਣਦੇ। ਪਰਮੇਸ਼ਵਰ ਇਹ ਕਹਿੰਦੇ ਹੋਏ ਜ਼ੋਰ ਦੇਣਾ ਜਾਰੀ ਰੱਖਦੇ ਹਨ, ਮੈਂ ਜੋ ਸ਼ੁਰੂ ਤੋਂ ਹੀ ਭਵਿੱਖ ਦੇਖਦਾ ਹਾਂ ਤੁਹਾਨੂੰ ਤੁਹਾਡੇ ਲਾਭ ਲਈ ਸਿਖਾ ਰਿਹਾ ਹਾਂ ਅਤੇ ਤੁਹਾਨੂੰ ਆਪਣੇ ਮਾਰਗ ਉੱਤੇ ਚੱਲਣ ਲਈ ਕਹਿ ਰਿਹਾ ਹਾਂ, ਪਰ ਤੁਸੀਂ ਉਹ ਨਹੀਂ ਕਰ ਰਹੇ ਜੋ ਮੈਂ ਕਹਿੰਦਾ ਹਾਂ, ਕਿਉਂਕਿ ਤੁਹਾਡੇ ਕੋਲ ਸਦੀਪਕ ਸਵਰਗ ਦੇ ਰਾਜ ਬਾਰੇ ਵਿਸ਼ਵਾਸ ਨਹੀਂ ਹੈ। ਇਹ ਅਜਿਹੀ ਤਰਸਯੋਗ ਸਥਿਤੀ ਹੈ। ਆਓ ਅਸੀਂ ਵਚਨ 46 ਦੇਖੀਏ। ਤੁਸੀਂ ਮੈਨੂੰ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ, ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ। ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਹਨਾਂ ਨੂੰ ਮੰਨਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਜੋ ਉਹ ਕਿਸ ਵਰਗਾ ਹੈ। ਉਹ ਉਸ ਮਨੁੱਖ ਵਰਗਾ ਹੈ ਜਿਹਨੇ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨਿਊ ਧਰੀ ਅਤੇ ਜਾਂ ਹੜ੍ਹ ਆਇਆ ਤਾਂ ਧਾਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ, ਪਰ ਉਹਨੂੰ ਹਿਲਾ ਨਾ ਸਕੀ, ਇਸ ਲਈ ਜੋ ਉਹ ਅੱਛੀ ਤਰ੍ਹਾਂ ਬਣਾਇਆ ਹੋਇਆ ਸੀ। ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ ਜਿਹਨੇ ਨਿਉ ਬਿਨਾਂ ਧਰਤੀ ਉੱਤੇ ਘਰ ਬਣਾਇਆ, ਜਿਸ ਉੱਤੇ ਧਾਰ ਨੇ ਜ਼ੋਰ ਮਾਰਿਆ ਅਤੇ
ਉਹ ਝਟ ਡਿੱਗ ਪਿਆ ਔਰ ਉਸ ਘਰ ਦਾ ਸਤਿਆਨਾਸ਼ ਹੋ ਗਿਆ। ਜਿਵੇਂ ਕਿ ਵਿਵਸਥਾ ਸਾਰ ਅਧਿਆਇ 8 ਵਿੱਚ ਦਰਜ ਹੈ, ਪਰਮੇਸ਼ਵਰ ਸਾਡੀ ਅਗਵਾਈ ਕਰਦੇ ਹਨ ਤਾਂ ਜੋ ਅੰਤ ਵਿੱਚ ਸਾਡੇ ਨਾਲ ਸਭ ਕੁਝ ਚੰਗਾ ਹੋਵੇ। ਪਰ ਪਰਮੇਸ਼ਵਰ ਦੇ ਸਾਨੂੰ ਆਸ਼ੀਸ਼ ਦੇਣ ਤੱਕ ਇਸ ਪ੍ਰਕਿਰਿਆ ਵਿੱਚ ਸਾਡੇ ਨਾਲ ਕੀ ਹੁੰਦਾ ਹੈ? ਇਸ ਪ੍ਰਕਿਰਿਆ ਵਿੱਚ ਸਾਨੂੰ ਮਾਰਿਆ ਜਾ ਸਕਦਾ ਹੈ, ਅਸੀਂ ਠੋਕਰ ਖਾ ਸਕਦੇ ਹਾਂ ਅਤੇ ਡਿੱਗ ਸਕਦੇ ਹਾਂ। ਅਜਿਹਾ ਵਾਰ-ਵਾਰ ਹੋਵੇਗਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਉੱਤੇ ਜਾਈਏ ਅਤੇ ਵਚਨ 22 ਪੜ੍ਹੀਏ। ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ, ਕਿਉਂ ਜੋ ਪ੍ਰਭੂ ਪਰਮੇਸ਼ਵਰ ਸਰਬ ਸ਼ਕਤੀਮਾਨ ਅਤੇ ਲੇਲਾ ਉਹਦੀ ਹੈਕਲ ਹੈ ਅਤੇ ਉਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਭਈ ਉਹ ਉਸ ਉੱਤੇ ਚਮਕਣ, ਕਿਉਂ ਜੋ ਪਰਮੇਸ਼ਵਰ ਦੇ ਤੇਜ ਨੇ ਉਹਨੂੰ ਚਾਨਣ ਕੀਤਾ ਅਤੇ ਲੇਲਾ ਉਹਦੀ ਜੋਤ ਹੈ। ਅਤੇ ਕੌਮਾਂ ਉਹਦੇ ਚਾਨਣੇ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਉਸ ਵਿੱਚ ਲਿਆਉਣਗੇ ਅਤੇ ਉਹਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ, ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ ਅਤੇ ਉਹ ਕੌਮਾਂ ਦੀ ਸ਼ਾਨ ਅਤੇ ਮਾਣ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤੂ ਜਾਂ ਕੋਈ ਘਿਨਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਨਿਰੇ ਉਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਸਾਨੂੰ ਪਵਿੱਤਰ ਨਗਰ ਯਰੂਸ਼ਲਮ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋਣ ਲਈ ਪਰਮੇਸ਼ਵਰ ਨੇ ਸਾਨੂੰ ਨਵਾਂ ਨੇਮ, ਸਬਤ ਅਤੇ ਪਸਾਹ ਸਿਖਾਇਆ ਹੈ। ਉਹਨਾਂ ਨੇ ਸਾਨੂੰ ਪਿਤਾ ਦਾ ਨਾਮ, ਪੁੱਤਰ ਦਾ ਨਾਮ ਅਤੇ ਪਵਿੱਤਰ ਆਤਮਾ ਦਾ ਨਾਮ ਵੀ ਸਿਖਾਇਆ। ਕਿ ਪਰਮੇਸ਼ਵਰ ਨੇ ਸਾਨੂੰ ਆਤਮਾ ਅਤੇ ਲਾੜੀ ਮਤਲਬ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਅਤੇ ਸਾਰੀ ਸੱਚਾਈ ਦਾ ਵੀ ਅਹਿਸਾਸ ਨਹੀਂ ਹੋਣ ਦਿੱਤਾ। ਸਾਰੇ ਲੋਕੋ ਪਰਮੇਸ਼ਵਰ ਜੋ ਭਵਿੱਖ ਦੇਖਦੇ ਹਨ, ਸਵਰਗ ਦੇ ਰਾਜ ਵੱਲ ਸਾਡੀ ਅਗਵਾਈ ਕਰ ਰਹੇ ਹਨ। ਦੁਨੀਆ ਵਿੱਚ ਲੋਕ ਭਵਿੱਖ ਨੂੰ ਜਾਣੇ ਬਿਨਾਂ ਜੀ ਰਹੇ ਹਨ, ਪਰ ਪਰਮੇਸ਼ਵਰ ਜੋ ਭਵਿੱਖ ਜਾਣਦੇ ਹਨ ਸਾਡੀ ਅਗਵਾਈ ਕਰ ਰਹੇ ਹਨ। ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਉਹਨਾਂ ਦੀ ਸੰਤਾਨ ਸਵਰਗ ਦੇ ਰਾਜ ਜਾਣ ਦੇ ਮਾਰਗ ਤੋਂ ਨਾ ਭਟਕੀਏ। ਇਹ ਪਰਮੇਸ਼ਵਰ ਦੀ ਅਦਭੁਤ ਯੋਜਨਾ ਅਤੇ ਪਰਮੇਸ਼ਵਰ ਦਾ ਡੂੰਘਾ ਪਿਆਰ ਹੈ ਜੋ ਸਾਨੂੰ ਸਵਰਗ ਦੇ ਰਾਜ ਵੱਲ ਅਗਵਾਈ ਕਰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਅਸੀਂ ਅੰਤ ਤੱਕ ਪਿਤਾ ਅਤੇ ਮਾਤਾ ਦਾ ਹੱਥ ਫੜੀ ਰੱਖੀਏ ਅਤੇ ਸਾਡੇ ਸਵਰਗ ਵਿੱਚ ਪ੍ਰਵੇਸ਼ ਕਰਨ ਤੱਕ ਉਹਨਾਂ ਦੀ ਕਿਰਪਾਪੂਰਨ ਮਾਰਗ ਉੱਤੇ ਚੱਲੀਏ। ਇਹ ਆਸ ਕਰਦੇ ਹੋਏ ਕਿ ਅਸੀਂ ਸਾਰੇ ਇਸ ਮਾਰਗ ਉੱਤੇ ਚੱਲ ਸਕਦੇ ਹਾਂ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।